ਲਵ ਮੈਰਿਜ ਸੀ ਨਾ ਤੁਹਾਡੀ ਔਰ ਉਦੋਂ ਤੁਸੀਂ ਪਰਿਵਾਰ ਨੂੰ ਛੱਡ ਕੇ ਆਪਣੇ ਨੂੰ ਇਹਨਾਂ ਦੇ ਨਾਲ ਗਏ। ਵਧੀਆ ਜ਼ਿੰਦਗੀ ਚੱਲ ਰਹੀ ਸੀ, ਕੀ ਹੋ ਗਿਆ ਕਿ ਤੁਸੀਂ ਤਲਾਕ ਮੰਗਿਆ ਆਪਣੇ ਪਤੀ ਦੇ ਕੋਲੋਂ? ਕਹਿੰਦੇ ਕਿ 7 ਸਾਲ ਬਾਅਦ ਤੁਸੀਂ ਇਹ ਡਿਸੀਜਨ ਲੈ ਰਹੇ ਹੋ, ਤੁਸੀਂ ਪਹਿਲਾਂ ਹੀ ਸਾਲ ਬਾਅਦ ਹੀ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੋਣ ਲੱਗੀਆਂ ਪਹਿਲਾਂ ਕਿਉਂ ਨਹੀਂ ਡਿਸੀਜਨ ਲਿਆ? ਕਹਿੰਦੇ ਹੁਣ ਕਿਉਂ ਡਿਸੀਜਨ ਲੈ ਰਹੇ ਹੋ? ਜਿੱਦਾਂ ਅੱਜ ਕੱਲ ਜਿੱਦਾਂ ਭੰਗ ਭੁੰਗ ਪੀਂਦੇ ਨੇ, ਮੈਨੂੰ ਮਾਰਨ ਕੁੱਟਣ ਲੱਗ ਪੈਣਾ ਐਵੇਂ ਬੇਵਜ੍ਹਾ ਤੋਂ। ਇਹ ਤਬਦੀਲੀਆਂ ਵਿਆਹ ਤੋਂ ਬਾਅਦ ਹੀ ਆਈਆਂ ਨੇ ਤਾਂ ਸਿਰਫ ਬਰਦਾਸ਼ਤ ਕੀਤਾ ਕਿ ਤੁਹਾਡੇ ਸਰੋਤਿਆਂ ਕਰਕੇ। ਮੈਂ ਜਿੱਦਾਂ ਇਹ 8 ਸਾਲ ਬਤਾਏ ਨਾ, ਉਹ ਭਾਜੀ ਮੈਨੂੰ ਹੀ ਪਤਾ, ਮੈਂ ਹੀ ਜਾਣਦੀ ਆ ਕਿ ਮੈਂ ਕਿੱਦਾਂ ਬਤਾਏ ਨੇ। ਜਦੋਂ ਜੇ ਮੈਂ ਕਹਿਣਾ ਤੁਸੀਂ ਮੇਰੀ ਗੱਲ ਸੁਣ ਲਓ, ਬੈਠ ਕੇ ਗੱਲ ਸੁਣੋ, ਤਾਂ ਕਹਿਣਾ ਨਹੀਂ, ਜੇ ਗੱਲ ਕਿਸੇ ਨੇ ਕਰਨੀ ਹੋਵੇ ਤਾਂ ਤੁਰ ਫਿਰ ਕੇ ਗੱਲਾਂ ਹੋ ਜਾਂਦੀਆਂ ਆ, ਬੈਠ ਕੇ ਗੱਲ ਕੀ ਕਰਨੀ। ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤੁਸੀਂ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬਿਲਕੁਲ ਵੀ ਨਹੀਂ ਹੋਈਆਂ? ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਇੰਨਾ ਟਾਈਮ ਕਿੱਥੇ ਲਗਾ ਦਿੱਤਾ? ਮੈਂ ਭਾਜੀ ਇਹਨਾਂ ਦੀ ਅੱਖਾਂ ਵੇਖੀਆਂ, ਇੰਨੀਆਂ ਲਾਲ, ਚਿਹਰਾ ਇੰਨਾ ਲਾਲ, ਮਤਲਬ ਐਨ ਪੂਰਾ ਲਾਲ ਹੋਇਆ ਸੀਗਾ। ਤਾਂ ਮੈਂ ਕਿਹਾ ਇਹ ਕਿੱਥੋਂ ਆਏ ਤੁਸੀਂ? ਮੈਂ ਉਸ ਚੀਜ਼ ਨੂੰ ਲੈ ਕੇ ਭਾਜੀ ਮੈਂ ਥੋੜਾ ਜਿਹਾ ਬੋਲਣ ਲੱਗ ਪਈ। ਇੰਡੀਆ ਦੇ ਵਿੱਚ ਸ਼ੋਅ ਲਾਉਣ ਵਾਸਤੇ ਜਾਂਦੇ ਹੋ ਤੁਸੀਂ, ਫਿਰ ਵੀ ਇਹ ਗੱਲ ਕਹਿ ਰਹੇ ਹੋ ਕਿ ਰੈਂਟ ਤੇ ਕਾਰਾਂ ਨੇ, ਲੋਨ ਤੇ ਨੇ ਔਰ ਘਰ ਰੈਂਟ ਤੇ ਹੈ ਤੁਹਾਡਾ। ਪੇਮੈਂਟ ਤਾਂ ਭਾਜੀ ਅੱਜ ਤੱਕ ਪੇਮੈਂਟ ਦਾ ਨਹੀਂ ਪਤਾ ਕਿੰਨੀ ਸ਼ੋਅ ਤੋਂ ਲੈਂਦੇ, ਕਿੰਨੀ ਪੇਮੈਂਟ ਨਹੀਂ ਲੈਂਦੇ। ਥੋੜੇ ਦਿਨਾਂ ਦੀ ਗੱਲ ਆ, ਮੈਂ ਆਪਣਾ ਬੈਂਕ ਅਕਾਊਂਟ ਚੈੱਕ ਕਰਾਇਆ, ਉਹਦੇ ਵਿੱਚ ਮੇਰਾ 92,000 ਆ ਔਨ। ਉਹ ਸ਼ੋਅਮਾਂ ਦੇ ਫੋਨ ਇਹਨਾਂ ਨੂੰ ਕਈ ਕੰਟੈਕਟ ਇਹਨਾਂ ਦੇ ਆ ਰਹੇ, ਇਹਨਾਂ ਨੂੰ ਆ ਰਹੇ ਕਿਆ ਕੁਨਾਲ ਜੀ ਨੇ ਕਹਿੰਦੇ ਤੁਸੀਂ 2 ਲੱਖ ਮੇਰੇ ਅਕਾਊਂਟ 'ਚ ਪਾ ਦਿਓ ਤੇ ਬਾਕੀ ਆਪਾਂ ਡਿਸਕਸ ਕਰ ਲਾਂਗੇ। ਬੇਵਜ੍ਹਾ ਭਾਜੀ ਜਦੋਂ ਵੀ ਮੈਨੂੰ ਹੱਥ ਮਾਰਿਆ, ਮੇਰੇ ਬੇਵਜ੍ਹਾ ਹੀ ਮਾਰਿਆ। ਨੂੰ ਅਜੇ ਵੀ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਹੁਤ ਕੋਸ਼ਿਸ਼ਾਂ ਆਪਦੇ ਵੱਲੋਂ ਕੀਤੀਆਂ ਕਿ ਘਰ ਜੁੜਿਆ ਰਹੇ, ਘਰ ਨਾ ਟੁੱਟੇ ਤੁਹਾਡਾ, ਤਾਂ ਇਸ ਟਾਈਮ ਤੇ ਜਦੋਂ ਉਹਨਾਂ ਨੂੰ ਸੁਨੇਹਾ ਲਾਇਆ ਤੁਸੀਂ ਕਿ ਤੁਸੀਂ ਤਲਾਕ ਲੈਣਾ, ਤਾਂ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ? ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਆਮ ਘਰਾਂ ਦੇ ਵਿੱਚ ਤਾਂ ਅਸੀਂ ਦੇਖਦੇ ਹੀ ਹਾਂ, ਪਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨੇ ਉਹ ਵੀ ਘਰੇਲੂ ਹਿੰਸਾ ਦੀਆਂ ਸ਼ਿਕਾਰ ਨੇ। ਨੂਰਾ ਸਿਸਟਰ, ਤੁਸੀਂ ਨਾਂ ਸੁਣਿਆ ਨੂਰਾ ਸਿਸਟਰਸ ਦਾ, ਔਰ ਬਹੁਤ ਸਾਰੇ ਫੈਨ ਨੇ ਇਹਨਾਂ ਦੇ, ਦੋਵੇਂ ਭੈਣਾਂ ਗਾਉਂਦੀਆਂ ਨੇ। ਪਰ ਜੋਤੀ ਨੂਰਾ ਹੋਣਾ ਦਾ ਜਿਹੜਾ ਕਿੱਸਾ ਹੈ ਉਹ ਤੁਹਾਨੂੰ ਦੱਸਣ ਜਾ ਰਹੇ। ਜੋਤੀ ਨੂਰਾ ਸਾਡੇ ਨਾਲ ਲਾਈਵ ਵੀ ਜੁੜ ਰਹੇ ਨੇ, ਔਰ ਜੋਤੀ ਨੂਰਾ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਨੇ, ਔਰ ਜੋਤੀ ਨੂਰਾ ਹੋਣਾ ਨੇ ਵੀ ਤਲਾਕ ਦੀ ਮੰਗ ਕੀਤੀ ਹੈ। ਸਾਡੇ ਨਾਲ ਜੋਤੀ ਨੂਰਾ ਲਾਈਵ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ, ਸਵਾਗਤ ਵੀ ਕਰਦੇ ਹਾਂ। ਜੋਤੀ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ, ਬਹੁਤ ਬਹੁਤ ਥੈਂਕ ਯੂ ਭਾਜੀ। ਔਰ ਸਾਰੇ ਸਰੋਤਿਆਂ ਨੂੰ, ਮੇਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੋਤੀ ਜੀ, ਸਭ ਤੋਂ ਪਹਿਲਾਂ ਤਾਂ ਦੱਸਿਓ, ਵਧੀਆ ਜ਼ਿੰਦਗੀ ਚੱਲ ਰਹੀ ਸੀ, ਕੀ ਹੋ ਗਿਆ ਕਿ ਤੁਸੀਂ ਤਲਾਕ ਮੰਗਿਆ ਆਪਣੇ ਪਤੀ ਦੇ ਕੋਲੋਂ? ਘਰੇਲੂ ਹਿੰਸਾ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਪੂਰੀ ਕਹਾਣੀ ਦੱਸਿਓ, ਪੂਰੀ ਗੱਲਬਾਤ ਕੀ ਹੈ, ਵਜ੍ਹਾ ਕੀ ਹੈ ਪਿੱਛੇ ਦੀ? ਬਸ ਭਾਜੀ ਕੁਝ ਚੀਜ਼ਾਂ ਇਦਾਂ ਦੀਆਂ ਸੀਗੀਆਂ ਕਿ ਜਿਹੜੀਆਂ ਮੈਨੂੰ ਨਹੀਂ ਚੰਗੀਆਂ ਲੱਗੀਆਂ, ਤੇ ਮਤਲਬ ਜਿੱਦਾਂ ਅੱਜ ਕੱਲ ਜਿੱਦਾਂ ਭੰਗ ਭੁੰਗ ਪੀਂਦੇ ਨੇ, ਉਸ ਚੀਜ਼ਾਂ ਤੋਂ ਮੈਂ ਬੜੀ ਬਰਖਲਾਫ ਸੀਗੀ। ਤੇ ਕੁਝ ਮਤਲਬ ਬਹੁਤ ਚੀਜ਼ਾਂ ਸੀਗੀਆਂ, ਮੈਂ ਬੜੀ ਡਿਸਟਰਬ ਸੀਗੀ ਇਹਨਾਂ ਚੀਜ਼ਾਂ ਤੋਂ। ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਮਤਲਬ ਕਲੇਸ਼ ਹੋ ਜਾਣਾ, ਜਾਂ ਕੋਈ ਗੱਲ ਮੈਂ ਪੁੱਛਣੀ ਆ ਤਾਂ ਉਸ ਚੀਜ਼ ਦਾ ਮੈਨੂੰ ਕਦੇ ਜਵਾਬ ਨਹੀਂ ਆਇਆ, ਤਾਂ ਮੈਨੂੰ ਮਾਰਨ ਕੁੱਟਣ ਲੱਗ ਪੈਣਾ ਐਵੇਂ ਬੇਵਜ੍ਹਾ ਤੋਂ। ਤਾਂ ਭਾਜੀ ਇਹ ਚੀਜ਼ਾਂ ਮੈਂ ਬਰਦਾਸ਼ਤ ਕਰਦੀ ਆਈ। ਫਿਰ ਇੱਕ ਦਿਨ ਤਾਂ ਫਿਰ ਭਾਜੀ ਕਹਿੰਦੇ ਹੁੰਦੇ ਨਾ, ਬਰਦਾਸ਼ਤ ਦੀ ਜਿਹੜੀ ਹੱਦ ਨਾ ਉਹ ਟੁੱਟ ਜਾਂਦੀ ਹੈ। ਤੇ ਭਾਜੀ ਮਤਲਬ ਬੜਾ ਔਖਾ ਜਿਹਾ ਬਿਹੇਵੀਅਰ ਸੀਗਾ। ਮੇਰੇ ਕੋਲ ਘਰ ਨਹੀਂ ਰਹਿਣਾ, ਤੇ ਸ਼ੋਅ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਸ਼ੋਅ ਤੇ ਚਲ ਜਾਣਾ, ਮੈਂ ਆਪਣਾ ਘਰ ਆ ਜਾਣਾ। ਮਤਲਬ ਕੋਈ ਚੀਜ਼ ਦਾ ਕੋਈ ਮਤਲਬ ਬੜੀ ਕਨਫਿਊਜ਼ਨ ਸੀਗੀ ਇਸ ਲਾਈਫ ਨੂੰ ਲੈ ਕੇ। ਤਾਂ ਸਿਰਫ ਬਰਦਾਸ਼ਤ ਕੀਤਾ ਕਿ ਤੁਹਾਡੇ ਸਰੋਤਿਆਂ ਕਰਕੇ ਔਰ ਇੱਕ ਮਾਲਕ ਦੇ ਕਰਕੇ। ਮੈਨੂੰ ਇਹ ਸੀਗਾ ਕਿ ਚਲੋ ਮੇਰਾ ਕੌਨਫੀਡੈਂਸ ਇਦਾਂ ਹੀ ਬਰਕਰਾਰ ਰਹੂਗਾ, ਕੋਈ ਨਾ। ਪਰ ਉਹ ਚੀਜ਼ਾਂ ਨਹੀਂ ਬਰਦਾਸ਼ਤ ਹੋਈਆਂ। ਮੈਂ ਜਿੱਦਾਂ ਇਹ 8 ਸਾਲ ਬਤਾਏ ਆ ਨਾ, ਉਹ ਭਾਜੀ ਮੈਨੂੰ ਹੀ ਪਤਾ, ਮੈਂ ਹੀ ਜਾਣਦੀ ਹਾਂ ਕਿ ਮੈਂ ਕਿੱਦਾਂ ਬਤਾਏ ਨੇ। ਬਟ ਉਹਨਾਂ ਨੇ ਇਹ ਚੀਜ਼ ਨੂੰ ਬਿਲਕੁਲ ਕਦੀ ਇੱਕ ਦਿਨ ਵੀ ਨਹੀਂ ਸਮਝਿਆ। ਜਦੋਂ ਜੇ ਮੈਂ ਕਹਿਣਾ ਤੁਸੀਂ ਮੇਰੀ ਗੱਲ ਸੁਣ ਲਓ, ਬੈਠ ਕੇ ਗੱਲ ਸੁਣੋ, ਤਾਂ ਕਹਿਣਾ ਨਹੀਂ, ਜੇ ਗੱਲ ਕਿਸੇ ਨੇ ਕਰਨੀ ਹੋਵੇ ਤਾਂ ਤੁਰ ਫਿਰ ਕੇ ਗੱਲਾਂ ਹੋ ਜਾਂਦੀਆਂ ਆ, ਬੈਠ ਕੇ ਗੱਲ ਕੀ ਕਰਨੀ। ਮਤਲਬ ਜਦੋਂ ਹੀ ਦੇਖਣਾ ਮੈਂ ਆ ਗਿਆ, ਮੈਂ ਚੱਲਾਂ। ਮੈਂ ਕਹਿਣਾ ਕਿੱਥੇ ਚੱਲਿਆ? ਮੈਨੂੰ ਕੰਮ ਆ, ਮੈਂ ਚੱਲਿਆ। ਮਤਲਬ ਘਰ ਮੇਰੇ ਕੋਲ ਇੱਕ 10 ਮਿੰਟ ਵੀ ਨਹੀਂ ਕਦੀ ਬੈਠੇ।
ਕਦੀ ਦੁੱਖ ਸੁੱਖ ਨਹੀਂ ਫੋਲਣਾ, ਕਦੀ ਕੋਈ ਗੱਲ ਨਹੀਂ, ਕੋਈ ਤਕਲੀਫ ਨਾਲ ਮੇਰੇ ਨਾਲ ਮਤਲਬ ਨਹੀਂ, ਕੋਈ ਚੀਜ਼ ਨਾਲ, ਬਸ ਕੰਮ 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 ਕੰਮ, ਬਸ ਕੰਮ ਦੇ ਅਕੋਰਡਿੰਗ ਸਾਰੀਆਂ ਗੱਲਾਂ ਹੁੰਦੀਆਂ ਸੀ ਬਸ। ਔਰ ਜਦੋਂ ਮਤਲਬ ਹੋਣਾ ਉਦੋਂ ਮੈਨੂੰ ਕੰਮ ਲਈ ਬੜਾ ਪਿਆਰ ਕਰਨ ਲੱਗ ਪੈਣਾ, ਜਦੋਂ ਨਹੀਂ ਆ ਤੇ ਉਦੋਂ ਘਰ ਵੀ ਨਹੀਂ ਵੜਨਾ, ਨਾ ਮੈਨੂੰ ਮੇਰਾ ਹੀ ਪਤਾ ਹੋਣਾ ਮੈਂ ਕਿੱਥੇ ਆ ਕਿੱਥੇ ਨਹੀਂ। ਤਾਂ ਇਹ ਚੀਜ਼ਾਂ ਥੋੜੀਆਂ ਜਿਹਾ ਭਾਜੀ ਡਿਸਟਰਬੈਂਸ ਤਾਂ ਕਰਦੀਆਂ ਹੀ ਆ। ਤੁਸੀਂ ਭੰਗ ਦਾ ਜ਼ਿਕਰ ਕੀਤਾ। ਹਾਂਜੀ ਭੰਗ ਪੀਂਦੇ ਨੇ? ਹਾਂਜੀ, ਅਫੀਮ ਵਗੈਰਾ ਵੀ ਕਾਫੀ ਇਦਾਂ ਦੀਆਂ ਚੀਜ਼ਾਂ ਕਰਦੇ ਖਾਂਦੇ ਪੀਂਦੇ ਨੇ। ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਇਸ ਚੀਜ਼ ਦਾ, ਜਾਂ ਤੁਹਾਨੂੰ ਕਦੋਂ ਪਤਾ ਲੱਗਿਆ? ਤੁਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਨਸ਼ੇ ਪੱਤੇ ਤੋਂ ਦੂਰ ਰਹੋ? ਭਾਜੀ ਮੈਂ ਬੜਾ ਕਿਹਾ, ਮੈਂ ਇਹਨਾਂ ਦਾ ਫਰੈਂਡ ਸਰਕਲ ਵੀ ਬੜਾ ਗੰਦਾ ਆ, ਜਿਹੜਾ ਇਹਨਾਂ ਦੇ ਨਾਲ ਦੇ ਆ ਨਾ ਸਭ, ਉਹ ਵੀ ਇਹਨਾਂ ਨੂੰ ਕਦੀ ਉਹਨਾਂ ਨੇ ਮੱਤ ਨਹੀਂ ਦਿੱਤੀ, ਕਦੀ ਉਹਨਾਂ ਨੇ ਇਹ ਨਹੀਂ ਸਮਝਾਇਆ ਕਿ ਨਹੀਂ ਤੁਸੀਂ ਭਾਜੀ ਘਰ ਜਾਓ ਨਾ। ਇਹਨਾਂ ਨੇ ਬਸ ਇਦਾਂ ਹੀ ਬੈਠੇ ਰਹਿਣਾ ਸਾਰਿਆਂ ਨੇ, ਉੱਥੇ ਸੀਟਾਂ ਸੁੱਟਾਂ ਫੂਕੀ ਜਾਣੀਆਂ, ਬਸ ਠੀਕ ਆ। ਜਦੋਂ ਜੀ ਕੀਤਾ ਆ ਘਰ ਆ ਗਏ, ਜਦੋਂ ਜੀ ਕੀਤਾ ਬਾਹਰ ਰਹੇ। ਜੇ ਸ਼ਾਮ ਨੂੰ ਨਿਕਲਣਾ ਘਰੋਂ, ਮੰਨ ਲਓ ਨਹਾ ਧੋ ਕੇ 3 ਵਜੇ ਜਾਂ 4 ਵਜੇ ਜਾਂ ਜਿੰਨਾ ਵੀ ਟਾਈਮ ਹੋਇਆ, ਇਹਨਾਂ ਨੇ ਉੱਠਣਾ, ਜਿੱਦਾਂ ਨੀਂਦ ਖੁੱਲਣੀ ਆ ਨਹਾ ਨੂੰ ਕੇ ਆਪਣਾ ਫਰੈਸ਼ ਫਰੂਸ਼ ਹੋ ਕੇ ਚੱਲ ਜਾਣਾ। ਫਿਰ ਮੇਰੇ ਕੋਲੇ ਆਣਾ ਆ 3 ਵਜੇ 6 ਵਜੇ ਸਵੇਰੇ, ਫਿਰ ਆਂਦੇ ਸੋ ਜਾਣਾ। ਉਸ ਵੀ ਪੀਤੀ ਹੁੰਦੀ ਸੀਗੀ, ਆ ਕੇ ਫੇਰ ਸੋ ਜਾਣਾ। ਤਾਂ ਮੈਂ ਸੋਚਣਾ ਵੀ ਮੇਰੇ ਨਾਲ ਤਾਂ ਬੋਲ ਬੁਲਾਰਾ ਹੀ ਨਹੀਂ, ਫਿਰ ਜਾਂ ਤਾਂ ਤੁਸੀਂ ਮੈਨੂੰ ਲੱਗਦਾ ਹੋਟਲ ਸਮਝਿਆ ਹੋਇਆ ਇਹਨੂੰ, ਘਰ ਨੂੰ ਵੀ ਠੀਕ ਆ ਆਪਣਾ ਇੰਜੋਇਮੈਂਟ ਕਰਦੇ ਪਏ ਆ, ਬਸ ਠੀਕ ਆ, ਇੱਕ ਸੋਣਾ ਆ, ਸੋ ਕੇ ਉੱਠਣਾ, ਉੱਠ ਕੇ ਆਪਣਾ ਫਰੈਸ਼ ਹੋਣਾ ਤੇ ਚਲੋ ਤੁਰ ਜਾਣਾ। ਮੈਨੂੰ ਕਦੀ ਦੁੱਖ ਤਕਲੀਫ ਨਾਲ ਕਦੀ ਨਹੀਂ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ। ਤਾਂ ਸਮਝਾਉਣ ਦੀ ਕਿਸੇ ਨੇ ਵੀ ਭਾਜੀ, ਕਿਸੇ ਨੇ ਵੀ ਘਰ ਚੋਂ ਨਹੀਂ ਸਮਝਾਇਆ। ਮੈਂ ਸਭ ਨਾਲ ਗੱਲ ਕੀਤੀ ਆ, ਇਹਨਾਂ ਦੀਆਂ ਸਿਸਟਰ ਦੇ ਨਾਲ ਵੀ ਗੱਲ ਕੀਤੀ ਆ, ਮੈਂ ਮਦਰ ਨਾਲ ਵੀ ਗੱਲ ਕੀਤੀ। ਮੇਰੇ ਫਾਦਰ ਇਨ ਲਾਅ ਦੀ ਡੈਥ ਹੋ ਗਈ, ਮੈਂ ਉਹਨਾਂ ਨੂੰ ਵੀ ਮੈਸੇਜ ਕਰਦੀ ਰਹੀ, ਉਹਨਾਂ ਨੂੰ ਵੀ ਮੈਂ ਦੱਸਿਆ ਵੀ ਪਾਪਾ ਐਦਾਂ ਆਹ ਪ੍ਰੋਬਲਮ ਆ, ਇਹਨਾਂ ਨੂੰ ਸਮਝਾਓ। ਤਾਂ ਭਾਜੀ ਮੇਰੀ ਕਿਸੇ ਨੇ ਗੱਲ ਨਹੀਂ ਸਮਝੀ, ਔਰ ਅੱਜ ਇਹ ਚੀਜ਼ ਹੋ ਗਈ ਆ। ਔਰ ਇਹ ਅੱਕ ਕੇ ਭਾਜੀ ਇਹ ਚੀਜ਼ ਹੋਈ ਕਿ ਜਦੋਂ ਮੇਰੀ ਕਿਸੇ ਨੇ ਗੱਲ ਹੀ ਨਹੀਂ ਸੁਣਨੀ, ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ। ਬੜਿਆ ਭਾਜੀ ਬੜੀ ਵਾਰੀ ਬੈਠ ਕੇ ਗੱਲ ਕੀਤੀ, ਮੈਂ ਬੜੀ ਵਾਰੀ ਸਲਾਹ ਮਸ਼ਵਰਾ ਮੈਂ ਕੀਤਾ ਵੀ ਨਾ ਕਰੋ, ਇਦਾਂ ਨਾ ਕਰੋ। ਆਪਣੇ ਘਰਦਿਆਂ ਨੂੰ ਲੈ ਕੇ ਵੀ ਮੈਂ ਵਿੱਚ ਘਰ ਬੈਠੀ ਆ ਵੀ ਆਓ ਇੱਧਰ, ਇਹਨਾਂ ਨੂੰ ਸਮਝਾਓ। ਜਦੋਂ ਭਾਜੀ ਉਹਨਾਂ ਨੇ ਆਣਾ, ਇਹਨਾਂ ਨੇ ਮੇਰੇ ਨਾਲ ਲੜ ਕੇ ਘਰੋਂ ਬਾਹਰ ਨਿਕਲ ਜਾਣਾ। ਪਾਪਾ ਮੇਰਿਆਂ ਨੇ ਫੋਨ ਕਰਨਾ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ। ਸੋ ਇਹ ਚੀਜ਼ਾਂ ਭਾਜੀ ਬੇਵਜ੍ਹਾ, ਭਾਜੀ ਜਦੋਂ ਵੀ ਮੈਨੂੰ ਹੱਥ ਮਾਰਿਆ ਮੇਰੇ ਬੇਵਜ੍ਹਾ ਹੀ ਮਾਰਿਆ। ਮੇਰੇ ਜਦੋਂ ਹੱਥ ਮਾਰਿਆ ਭਾਜੀ, ਮੇਰੇ ਇਦਾਂ ਦੀ ਚੀਕ ਪਈ ਆ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਂ ਸੋਚਣਾ ਕਿ ਯਾਰ ਮੇਰਾ ਕੋਈ ਆਪਣਾ ਵੀ ਦਰਦ ਆ, ਉਹਨੂੰ ਵੀ ਸੁਣ ਲਓ ਵੀ ਮੈਂ ਤੁਹਾਡੇ ਤੇ ਕਿਹੜਾ ਕੋਈ ਡਾਕਾ ਮਾਰਨ ਦਈ ਆ ਵੀ ਜਾਂ ਮੈਂ ਤੁਹਾਨੂੰ ਖਾ ਥੋੜੀ ਜਾਣਾ। ਪਰ ਉਹ ਇਹਨਾਂ ਨੂੰ ਇਸ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਸੀ। ਫਿਰ ਭਾਜੀ ਮੇਰੇ ਘਰ ਵੀ ਸਾਰੇ ਰੈਂਟ ਤੇ ਆ, ਮੇਰੀਆਂ ਕਾਰਾਂ ਵੀ ਰੈਂਟ ਤੇ ਆ, ਮੇਰੇ ਨਾਮੇ ਕੋਈ ਪੈਸਾ ਨਹੀਂ, ਕੋਈ ਧੇਲਾ ਨਹੀਂ। ਤਾਂ ਫਿਰ ਭਾਜੀ ਤੁਸੀਂ ਖੁਦ ਮੈਨੂੰ ਦੱਸੋ, ਤੁਸੀਂ ਸਿਆਣੇ ਆ, ਫਿਰ ਬੰਦਾ ਕਿੱਦਾਂ ਬਰਦਾਸ਼ਤ ਕਰੂਗਾ? ਸ਼ੋਅ ਤਾਂ ਤੁਹਾਡੇ ਬਹੁਤ ਚੰਗੇ ਚੱਲਦੇ ਨੇ, ਫਿਰ ਵੀ ਪੈਸਾ ਹੈ ਨਹੀਂ ਕਿ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਜਾਂਦੇ ਹੋ ਤੁਸੀਂ, ਪੂਰੇ ਇੰਡੀਆ ਦੇ ਵਿੱਚ ਸ਼ੋਅ ਲਾਉਣ ਵਾਸਤੇ ਜਾਂਦੇ ਹੋ ਤੁਸੀਂ, ਫਿਰ ਵੀ ਇਹ ਗੱਲ ਕਹਿ ਰਹੇ ਹੋ ਕਿ ਰੈਂਟ ਤੇ ਕਾਰਾਂ ਨੇ, ਲੋਨ ਤੇ ਨੇ, ਔਰ ਘਰ ਰੈਂਟ ਤੇ ਹੈ ਤੁਹਾਡਾ। ਕਿਉਂਕਿ ਭਾਜੀ ਮੇਰੀ ਗੱਲ ਸੁਣੋ, ਮੈਨੇਜਮੈਂਟ ਸਾਰੀ ਇਹਨਾਂ ਨੇ ਆਪਣੇ ਹੱਥ ਕੀਤੀ ਹੋਈ ਸੀਗੀ। ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਭਾਜੀ, ਕੁਝ ਵੀ ਨਹੀਂ ਪਤਾ ਸੀ। ਮੈਨੂੰ ਤਾਂ ਇਹ ਹੋਣਾ ਵੀ ਚੱਲ ਆ ਕਾਰ ਆ ਗਈ ਆ, ਬਸ ਠੀਕ ਆ। ਮੈਨੂੰ ਤਾਂ ਇਹ ਹੁਣ ਪਤਾ ਲੱਗ ਰਿਹਾ ਵੀ 2 ਮਹੀਨੇ ਬਸ ਕਾਰ ਲੈ ਆਣੀ, ਉਹ 2 ਮਹੀਨੇ ਬਾਅਦ ਭੇਜ ਦੇਣੀ ਆ। ਉਸ ਤੋਂ ਬਾਅਦ ਫਿਰ ਦੂਜੀ ਕੋਈ ਕਾਰ ਮੰਗਾ ਲੈਣੀ। ਫਿਰ ਇਦਾਂ ਹੀ ਬਸ ਸਰਕਲਮੈਂਟ ਚੱਲਦਾ ਰਿਹਾ ਵੀ ਇੰਨਾ ਪੈਸਾ ਖਰਾਬ ਕੀਤਾ ਬੰਦਾ ਆਪਣੀ ਇੱਕ ਨਵੀਂ ਗੱਡੀ ਲੈ ਲਵੇ ਜਾਂ ਕੁਝ ਵੀ। ਪਰ ਮੈਨੂੰ ਕੁਝ ਸਮਝ ਨਹੀਂ ਆਇਆ ਵੀ ਇਹ ਕੀ ਸਰਕਲਮੈਂਟ ਹੋਇਆ ਕੀ ਨਹੀਂ ਹੋਇਆ। ਸਾਰਾ ਉਹਨਾਂ ਦੇ ਹੱਥ ਸੀਗਾ, ਮੈਨੂੰ ਕੁਝ ਪਤਾ ਨਹੀਂ ਲੱਗਣ ਦਿੱਤਾ। 2014 ਚ ਮੈਰਿਜ ਹੋਈ ਸੀ। ਥੋੜੇ ਦਿਨਾਂ ਦੀ ਗੱਲ ਆ, ਮੈਂ ਆਪਣਾ ਬੈਂਕ ਅਕਾਊਂਟ ਚੈੱਕ ਕਰਾਇਆ, ਉਹਦੇ ਵਿੱਚ ਮੇਰਾ 92,000 ਆ ਓਨਲੀ। ਹੁਣ ਤੁਸੀਂ ਇਹ ਦੇਖੋ, ਹੁਣ ਜਿੱਦਾਂ ਮੰਨ ਲਓ ਸ਼ੋਆਂ ਦੇ ਫੋਨ ਆ ਰਹੇ ਆ, ਉਹ ਸ਼ੋਆਂ ਦੇ ਫੋਨ ਇਹਨਾਂ ਨੂੰ ਕਈ ਕੰਟੈਕਟ ਇਹਨਾਂ ਦੇ ਆ ਰਹੇ, ਇਹਨਾਂ ਨੂੰ ਆ ਰਹੇ ਫੋਨ। ਉਹ ਕਹਿੰਦੇ ਵੀ ਅਸੀਂ ਸ਼ੋਅ ਬੁੱਕ ਕਰਵਾਉਣਾ, ਤੇ ਭਾਜੀ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ, ਉਹ ਕਹਿੰਦੇ ਵੀ ਤੁਹਾਡੀ ਪੇਮੈਂਟ ਕਿੱਦਾਂ ਆ, ਤੇ ਇਹ ਕਹਿੰਦੇ ਵੀ 4 ਲੱਖ ਰੁਪਇਆ ਜਾਂ ਕੁਝ ਵੀ ਆ, 3 ਲੱਖ ਰੁਪਇਆ। ਮੈਨੂੰ ਤਾਂ ਭਾਜੀ ਅੱਜ ਤੱਕ ਪੇਮੈਂਟ ਦਾ ਨਹੀਂ ਪਤਾ ਕਿੰਨੀ ਸ਼ੋਅ ਤੋਂ ਲੈਂਦੇ, ਕਿੰਨੀ ਪੇਮੈਂਟ ਨਹੀਂ ਲੈਂਦੇ। ਤੇ ਉਹਨਾਂ ਨੇ ਇੰਨੀ ਗੱਲ ਕਹੀ, ਤੇ ਉਹਨਾਂ ਨੂੰ ਇਹਨਾਂ ਨੇ ਕਿਹਾ, ਕੁਨਾਲ ਜੀ ਨੇ, ਕਹਿੰਦੇ ਤੁਸੀਂ 2 ਲੱਖ ਮੇਰੇ ਅਕਾਊਂਟ 'ਚ ਪਾ ਦਿਓ ਤੇ ਬਾਕੀ ਆਪਾਂ ਡਿਸਕਸ ਕਰ ਲਾਂਗੇ। ਤਾਂ ਉਹਨਾਂ ਨੇ ਜਦੋਂ ਮੇਰੀ ਨਿਊਜ਼ ਦੇਖੀ, ਉਹਨਾਂ ਦਾ ਉਹ ਬੰਦਿਆਂ ਦਾ ਫਿਰ ਮੈਨੂੰ ਫੋਨ ਆਇਆ। ਅੱਛਾ, ਕੁਨਾਲ ਜਿਨ੍ਹਾਂ ਦਾ ਜ਼ਿਕਰ ਕੀਤਾ ਤੁਹਾਡੇ ਐਕਸ ਮੈਨੇਜਰ ਨੇ ਜਾਂ ਹੁਣ ਵੀ ਨਾਲ ਨੇ? ਨਹੀਂ, ਹੁਣ ਨਾਲ ਨਹੀਂ।
ਓਕੇ। ਹੁਣ ਤਾਂ ਭਾਜੀ ਡਿਵੋਰਸ ਕੇਸ ਕਰ ਦਿੱਤਾ, ਹੁਣ ਓਬਵੀਅਸਲੀ ਤੁਹਾਨੂੰ ਵੀ ਪਤਾ ਨਾਲ ਕਿੱਦਾਂ ਰਹਿਣਗੇ। ਨਹੀਂ, ਜਿਸ ਤਰੀਕੇ ਦੇ ਨਾਲ ਕੁਨਾਲ ਹੋਣਾ ਦਾ ਤੁਸੀਂ ਜ਼ਿਕਰ ਕੀਤਾ ਹੈ ਔਰ ਇਸ ਦੇ ਨਾਲ ਹੀ ਤੁਸੀਂ ਤਲਾਕ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਕੇਸ ਫਾਈਲ ਕੀਤਾ ਹੈ, ਤਾਂ ਪਹਿਲੀ ਵਾਰ ਜੋਤੀ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਭਾਈ ਇਹ ਤਾਂ ਗਲਤ ਪੰਗਾ ਪਾ ਲਿਆ ਜਾਂ ਇਹ ਗਲਤ ਰਾਹ ਚੁਣ ਲਿਆ? ਕਿਉਂਕਿ ਜਦੋਂ ਤੁਸੀਂ ਲਵ ਮੈਰਿਜ ਸੀ ਨਾ ਤੁਹਾਡੀ, ਔਰ ਉਦੋਂ ਤੁਸੀਂ ਪਰਿਵਾਰ ਨੂੰ ਛੱਡ ਕੇ ਆਪਣੇ ਨੂੰ ਇਹਨਾਂ ਦੇ ਨਾਲ ਗਏ, ਭਾਜੀ ਇਹਨਾਂ ਨੂੰ ਪਰ ਚੁਣਿਆ। ਉਸ ਚੀਜ਼ ਦੀ ਉਹਨਾਂ ਨੇ ਮੇਰੀ ਕਦਰ ਨਹੀਂ ਪਾਈ। ਮੈਂ ਪਰਿਵਾਰ ਨਹੀਂ, ਮੈਂ ਸਭ ਕੁਝ ਛੱਡਿਆ, ਆਪਣਾ ਨਾਮ ਵੀ ਔਰ ਆਪਣੀ ਤੁਹਾਡੇ ਵਰਗੇ ਸਰੋਤੇ ਸਾਰਾ ਕੁਝ, ਮੈਂ ਸਾਰਾ ਸਮਾਜ ਨਹੀਂ ਦੇਖਿਆ, ਕੋਈ ਦੁਨੀਆ ਨਹੀਂ ਵੇਖੀ। ਤਾਂ ਮੈਂ ਬੜਾ ਇੱਕ ਭਰੋਸਾ ਕਰਕੇ ਮੈਂ ਇਸ ਮੁੰਡੇ ਕੋਲ ਆਈ ਸੀ, ਪਰ ਉਹਨੇ ਇਸ ਚੀਜ਼ ਦੀ ਮੇਰੀ ਕਦਰ ਹੀ ਨਹੀਂ ਪਾਈ ਭਾਜੀ। ਮੈਂ ਆਪਣੇ ਰੱਬ ਵਰਗੇ ਮਾਪੇ ਛੱਡੇ, ਉਹ ਵੀ ਇਹਦੀ ਖਾਤਰ, ਪਰ ਉਹਨੇ ਇਸ ਚੀਜ਼ ਦਾ ਇੱਕ ਦਿਨ ਨਹੀਂ ਸੋਚਿਆ ਵੀ ਕੀ ਗੱਲ ਆ ਕੀ ਨਹੀਂ। ਉਹਦਾ ਆਪਣਾ ਮੋਟਿਵ ਸੀਗਾ, ਉਹ ਪੂਰਾ ਹੋ ਗਿਆ, ਬਸ ਗੱਲ ਖਤਮ। ਉਹਨਾਂ ਦਾ ਕੀ ਮੋਟਿਵ ਸੀ ਤੁਹਾਨੂੰ ਕੀ ਲੱਗਦਾ ਜੋਤੀ, ਜਿਸ ਤਰੀਕੇ ਦੇ ਨਾਲ? ਬਹੁਤ ਜਾਣਿਆਂ ਦੇ ਭਾਜੀ, ਗੱਲ ਸੁਣੋ ਭਾਜੀ, ਬਹੁਤ ਜਾਣਿਆਂ ਦੇ ਫੋਨ ਆਏ ਆ ਜੀ, ਤਾਂ ਉਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਅਸੀਂ ਜਦੋਂ ਕਹਿਣਾ ਵੀ ਕੁਨਾਲ ਜੀ ਸਾਡੀ ਜੋਤੀ ਜੀ ਨਾਲ ਗੱਲ ਕਰਾ ਦਿਓ, ਤਾਂ ਕਹਿੰਦੇ ਅੱਗੋਂ ਕੁਨਾਲ ਜੀ ਕਹਿੰਦੇ ਹੁੰਦੇ ਸੀਗੇ ਵੀ ਉਹਨਾਂ ਨੇ ਤਾਂ ਗੱਲ ਹੀ ਨਹੀਂ ਉਹ ਕਰਨਾ ਚਾਹੁੰਦੇ, ਉਹਨਾਂ ਦਾ ਮੂਡ ਹੀ ਨਹੀਂ ਠੀਕ। ਤੇ ਭਾਜੀ ਇਹ ਚੀਜ਼ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਮੈਨੂੰ ਦੁਨੀਆ ਦੇ ਸਾਹਮਣੇ ਪਹਿਲਾਂ ਤੋਂ ਹੀ ਮਾੜੇ ਬਣਾਇਆ ਹੋਇਆ। ਤੁਹਾਨੂੰ ਲੱਗਦਾ ਕਿ ਤੁਹਾਡੀ ਪਰਸੈਪਸ਼ਨ ਜਿਹੜੀ ਹੈ ਦੁਨੀਆ ਦੇ ਵਿੱਚ ਨੈਗੇਟਿਵ ਕ੍ਰੀਏਟ ਕੀਤੀ ਗਈ ਉਹਨਾਂ ਵੱਲੋਂ? ਹਾਂਜੀ। ਤੁਹਾਨੂੰ ਪਹਿਲੀ ਵਾਰ ਤੁਹਾਨੂੰ ਕਦੋਂ ਲੱਗਿਆ ਕਿ ਬਈ ਇਹ ਤਾਂ ਗਲਤ ਪੰਗਾ ਲੈ ਲਿਆ, ਔਰ ਪਹਿਲੀ ਵਾਰ ਕਦੋਂ ਤੁਹਾਨੂੰ ਅਹਿਸਾਸ ਹੋਇਆ? ਕੁੱਟਮਾਰ ਹੋਈ ਜਾਂ ਤੁਹਾਨੂੰ ਕਿਵੇਂ ਅਹਿਸਾਸ ਹੋਇਆ? ਉਸ ਤੋਂ ਬਾਅਦ ਤੁਸੀਂ ਫੈਮਿਲੀ ਨਾਲ ਕਰੀ ਗੱਲਬਾਤ? ਭਾਜੀ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਸੀ ਨਾ, ਇਹ ਮਤਲਬ 2-3 ਦਿਨ ਮੈਨੂੰ ਇਹਨਾਂ ਦੇ ਘਰ ਆਇਆ ਨੂੰ ਹੋਏ ਸੀਗੇ, ਜਦੋਂ ਅਸੀਂ ਹਾਈ ਕੋਰਟ ਤੋਂ ਆਏ ਸੀਗੇ। ਤੇ ਇਹ ਨਾ ਭਾਜੀ ਦਰਬਾਰ ਚਲੇ ਗਏ, ਜਿਹੜਾ ਮਈਆ ਭਗਵਾਨ ਜੀ ਦਾ ਦਰਬਾਰ ਹੈ ਫਲੋਰ ਜੀ, ਤੇ ਉੱਥੇ ਇਹ ਚਲੇ ਗਏ ਤੇ ਮੇਰੇ ਕੋਲੋਂ ਚਲੇ ਗਏ। ਤੇ ਮੈਂ ਥੋੜੀ ਕੁ ਦੇਰ ਬਾਅਦ ਇਹਨਾਂ ਦੇ ਮੰਮੀ ਨੂੰ ਉਠਾਇਆ, ਮੈਂ ਕਿਹਾ ਵੀ ਇਹ ਆਏ ਨਹੀਂ ਆ, ਤੁਸੀਂ ਫੋਨ ਵੀ ਟਾਈਮ ਬਹੁਤ ਹੋ ਗਿਆ, ਰਾਤ ਦਾ ਟਾਈਮ ਸੀਗਾ। ਤੇ ਇਹਨਾਂ ਦੇ ਮੰਮੀ ਨੇ ਮੈਨੂੰ ਕਿਹਾ, ਕਹਿੰਦੇ ਤੂੰ ਸੋ ਜਾ, ਪੁੱਤ ਉਹਨੇ ਆ ਜਾਣਾ ਕੋਈ ਨਾ। ਤਾਂ ਮੈਨੂੰ ਭਾਜੀ ਉਦੋਂ ਬੜਾ ਫੀਲ ਹੋਇਆ। ਮੈਂ ਕਿਹਾ ਵੀ ਮੈਂ ਫੋਨ ਕਰਨ ਨੂੰ ਕਿਹਾ ਵੀ ਤੁਸੀਂ ਕਮ ਸੇ ਕਮ ਇਹ ਤਾਂ ਕਹਿ ਦਿਓ ਵੀ ਚਲੋ ਕੋਈ ਨਾ, ਮੈਂ ਪੁੱਤ ਫੋਨ ਕਰਦੀ ਹਾਂ। ਚਲੋ ਮੈਂ ਉਹ ਵੀ ਗੱਲ ਸੁਣ ਕੇ ਮੈਂ ਬੈਠ ਗਈ ਅੰਦਰ ਆਪਣੇ ਰੂਮ 'ਚ। ਫਿਰ ਭਾਜੀ ਜਦੋਂ ਇਹ ਆਏ ਤਾਂ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਇੰਨਾ ਟਾਈਮ ਕਿੱਥੇ ਲਗਾ ਦਿੱਤਾ? ਮੈਂ ਭਾਜੀ ਇਹਨਾਂ ਦੀ ਅੱਖਾਂ ਵੇਖੀਆਂ, ਇੰਨੀਆਂ ਲਾਲ, ਚਿਹਰਾ ਇੰਨਾ ਲਾਲ, ਮਤਲਬ ਐਨ ਪੂਰਾ ਲਾਲ ਹੋਇਆ ਸੀਗਾ। ਤਾਂ ਮੈਂ ਕਿਹਾ ਇਹ ਕਿੱਥੋਂ ਆਏ ਤੁਸੀਂ? ਮੈਂ ਉਸ ਚੀਜ਼ ਨੂੰ ਲੈ ਕੇ ਭਾਜੀ ਮੈਂ ਥੋੜਾ ਜਿਹਾ ਬੋਲਣ ਲੱਗ ਪਈ। ਮੈਂ ਕਿਹਾ ਇੰਨੀਆਂ ਅੱਖਾਂ ਲਾਲ, ਤੁਸੀਂ ਖਾਧਾ ਕੀ ਆ? ਨਹੀਂ ਕਹਿੰਦੇ ਮੇਰੇ ਅੱਖਾਂ 'ਚ ਮਿੱਟੀ ਪੈ ਗਈ, ਮੈਨੂੰ ਏਦਾਂ ਕਹਿਣਾ, ਉੱਥੇ ਅਸੀਂ ਝਾੜੂ ਮਾਰਦੇ ਪਏ ਸੀ, ਉੱਥੇ ਏਦਾਂ ਕਰਦੇ ਪਏ ਸੀਗੇ। ਤਾਂ ਮੈਂ ਉਸ ਚੀਜ਼ ਨੂੰ ਭਾਜੀ ਮੈਂ ਚੁੱਪ ਕਰਕੇ ਨਾ ਮੈਂ ਭੁੱਲ ਗਈ। ਮੈਂ ਕਿਹਾ ਕੋਈ ਨਾ। ਮੈਂ ਸਾਰੀ ਰਾਤ ਭਾਜੀ ਸੋਚਦੀ ਰਹੀ। ਫਿਰ ਥੋੜੇ ਕੁ ਦਿਨ ਇਹਨਾਂ ਚੀਜ਼ਾਂ ਤੋਂ ਕਲੇਸ਼ ਚੱਲਦਾ ਰਿਹਾ। ਤਾਂ ਭਾਜੀ ਇਹਨਾਂ ਦੇ ਮਦਰ ਨੇ ਨਾ ਕਾਫੀ ਵਾਰ ਮੇਰਾ ਡੋਰ ਜਿਹੜਾ ਰੂਮ ਦਾ ਨਾ ਬੜੀ ਜ਼ੋਰ ਦੀ ਖੜਕਾਇਆ, ਬੂਹਾ ਖੋਲ, ਕਹਿੰਦੇ ਕੁਨਾਲ ਕੁੰਡੀ ਖੋਲ। ਤੇ ਜਦੋਂ ਭਾਜੀ ਅਸੀਂ ਦਰਵਾਜ਼ਾ ਖੋਲਿਆ, ਉਹ ਅੱਗੋਂ ਮੈਨੂੰ ਕਹਿਣ ਲੱਗ ਪਿਆ, ਕੀ ਆ? ਨਹੀਂ ਕਹਿੰਦੇ ਤੂੰ ਸਾਡੇ ਮੁੰਡੇ ਨੂੰ ਤੰਗ ਕਰਦੀ ਰਹਿੰਦੀ ਆ। ਮੈਂ ਕਿਹਾ ਬਾਈ ਪੁੱਛੋ ਆਪਣੇ ਮੁੰਡੇ ਨੂੰ ਵੀ ਇਹ ਕੀ ਖਾਂਦਾ ਪੀਂਦਾ, ਵੀ ਮੈਂ ਸਭ ਕੁਝ ਛੱਡ ਕੇ ਆਈ ਆ, ਵੀ ਇਹ ਤਾਂ ਮੇਰੇ ਲਈ ਇੱਕ ਹਿਸਾਬ ਦਾ ਧੋਖਾ ਹੀ ਹੋ ਰਿਹਾ। ਵੀ ਮੈਨੂੰ ਤਾਂ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਸੀ। ਮੈਨੂੰ ਤਾਂ ਇਹ ਸੀਗਾ ਕਿ ਕੱਲੀ ਸਮੋਕਿੰਗ ਕਰਦਾ ਹੈ, ਮੈਨੂੰ ਥੋੜੀ ਪਤਾ ਸੀਗਾ ਕਿ ਇਹ ਕੀ ਪੀਂਦਾ ਆ, ਕੀ ਖਾਂਦਾ ਆ। ਮੈਂ ਇਦਾਂ ਹੀ ਬੋਲੀ ਤਾਂ ਭਾਜੀ ਇਹਦੇ ਮੰਮੀ ਮੈਨੂੰ ਬੋਲਣ ਲੱਗ ਪਏ, ਤੂੰ ਸਾਡੇ ਮੁੰਡੇ ਨੂੰ ਤੰਗ ਕਰਦੀ ਰਹਿੰਦੀ ਹੈ, ਇਹ ਹੈ ਉਹ ਆ। ਬੜਾ ਕਲੇਸ਼ ਹੋਇਆ। ਫਿਰ ਭਾਜੀ ਇਹਦੇ ਪਾਪਾ ਮੈਨੂੰ ਕਹਿਣ ਲੱਗ ਪਏ, ਤੇਰੇ ਵਰਗੀ ਮੈਂ ਨੌਕਰ ਨਹੀਂ ਰੱਖਦਾ। ਇਹਨਾਂ ਦੇ ਪਾਪਾ ਮੈਨੂੰ ਕਹਿੰਦੇ, ਮਤਲਬ ਬੜਾ ਕੁਝ ਹੋਇਆ। ਤਾਂ ਭਾਜੀ ਮੈਂ ਇਹ ਚੀਜ਼ਾਂ ਵੀ ਸਿਰਫ ਤੇ ਸਿਰਫ ਤੁਹਾਡਾ ਸਰੋਤਿਆਂ ਕਰਕੇ, ਕੁਝ ਮਾਲਕਾਂ ਦੇ ਕਰਕੇ, ਆਪਣੀ ਇੱਕ ਸਿੰਗਿੰਗ ਦੇ ਕਰਕੇ ਮੈਂ ਇਹ ਚੀਜ਼ਾਂ ਬਰਦਾਸ਼ਤ ਕੀਤੀਆਂ। ਵੀ ਕੋਈ ਫਿਰ ਵੀ ਭਾਜੀ ਮੈਂ ਘਰ ਬਸਾਉਂਦੀ ਆਈ ਆ, ਪਰ ਇਹ ਬੰਦਾ ਨਹੀਂ ਬਣਿਆ। ਮੈਂ ਤੁਹਾਨੂੰ ਸਹੀ ਦੱਸਾਂ। ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਤੁਸੀਂ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬਿਲਕੁਲ ਵੀ ਨਹੀਂ ਹੋਈਆਂ? ਜੋਤੀ, ਜਿਸ ਤਰੀਕੇ ਨਾਲ ਹੁਣ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਤਲਾਕ ਦਾ, ਤੁਸੀਂ ਇਹ ਡਿਸੀਜਨ ਲਿਆ ਕਿ ਹੁਣ ਸੈਪਰੇਟ ਹੋਣਾ ਹੈ ਤੁਸੀਂ, ਭਾਜੀ ਉਹ ਕੋਸ਼ਿਸ਼ ਕਾਦੀ ਹੋਈ? ਜਦੋਂ ਕੰਮ ਦੇ ਮਤਲਬ ਆਪਾਂ ਕੰਮ ਦੇ ਅਕੋਰਡਿੰਗ ਮਤਲਬ ਨਾਲ ਮਿੱਠੇ ਹੋ ਜਾਣਾ, ਉਹ ਕੋਸ਼ਿਸ਼ ਥੋੜੀ ਹੋਈ ਭਾਜੀ, ਉਹ ਤਾਂ ਇੱਕ ਕੰਮ ਨਾਲ ਮਤਲਬ ਹੋ ਗਿਆ ਨਾ। ਬਹੁਤ ਸਾਰੇ ਲੋਕ ਜੀ ਮੈਨੂੰ ਬੁਖਾਰ ਵੀ ਹੋਵੇ, ਮੈਨੂੰ 102 103 ਬੁਖਾਰ ਵੀ ਹੁੰਦਾ ਆ, ਜਾਂ ਮੈਂ ਠੀਕ ਵੀ ਨਹੀਂ ਹੁੰਦੀ, ਪਰ ਭਾਜੀ ਮੈਂ ਸਟੇਜਾਂ ਤੇ ਆਪਣਾ ਉਦਾਂ ਹੀ ਧਮਾਲ ਪਾਈਦੀ ਆ ਤੁਹਾਡੀਆਂ ਦੁਆਵਾਂ ਨਾਲ। ਐਡੀ ਕੋਈ ਚਲੋ ਸ਼ੰਕਾ ਨਹੀਂ, ਟੈਨਸ਼ਨ ਨਹੀਂ। ਪਾਪਾ ਸਾਡੇ ਕਹਿੰਦੇ ਹੁੰਦੇ, ਪੁੱਤ ਤੁਹਾਨੂੰ ਬੁਖਾਰ ਚੜਿਆ ਹੋਵੇ ਨਾ, ਤੁਸੀਂ ਬੁਖਾਰ ਨੂੰ ਚੜ ਜਾਓ।
ਪਰ ਇਹ ਆ ਕਿ ਭਾਜੀ ਇਹ ਚੀਜ਼ਾਂ ਉਹਨਾਂ ਨੇ ਨਹੀਂ ਕੋਸ਼ਿਸ਼ ਕੀਤੀ। ਜੇ ਕੋਸ਼ਿਸ਼ ਕੀਤੀ ਹੁੰਦੀ ਨਾ ਭਾਜੀ, ਜੇ ਮੇਰੇ ਨਾਲ ਪਿਆਰ ਹੁੰਦਾ ਤੇ ਅੱਜ ਇਹ ਚੀਜ਼ ਨਾ ਹੁੰਦੀ। ਮੈਂ ਭਾਜੀ ਆਰਟਿਸਟ ਬੰਦਾ, ਮੈਂ ਕਲਾਕਾਰ ਬੰਦਾ, ਤੁਹਾਨੂੰ ਵੀ ਪਤਾ ਕਲਾਕਾਰ ਦਾ ਜਿਹੜਾ ਦਿਲ ਹੈ ਨਾ ਭਾਜੀ ਬਹੁਤ ਬਹੁਤ ਕਮਜ਼ੋਰ ਹੁੰਦਾ। ਅਸੀਂ ਚੀਜ਼ਾਂ ਇਦਾਂ ਦੀਆਂ ਸਹਿਣ ਨਹੀਂ ਕਰ ਪਾ ਸਕਦੇ। ਤੁਹਾਨੂੰ ਇਹ ਵੀ ਲੱਗਦਾ ਚੀਜ਼ ਹੁਣ ਮੈਂ ਬੜੇ ਵਾਰੀ ਕਹੀ ਆ ਕਿ ਮੈਂ ਇੱਕ ਸਿੰਗਰ ਬੰਦਾ, ਮੇਰਾ ਜਿਹੜਾ ਦਿਲ ਹੈ ਨਾ ਬਹੁਤ ਇਮੋਸ਼ਨਲ ਹੈ, ਮੈਂ ਇਹ ਚੀਜ਼ਾਂ ਨਹੀਂ ਫੀਲ ਕਰ ਸਕਦੀ। ਹੂੰ ਜਦੋਂ ਕੋਈ ਚੀਜ਼ ਕਰਨੀ ਆ ਤਾਂ ਇੱਕੋ ਹੀ ਜਵਾਬ ਦੇਣਾ, ਚਲੋ ਏਦਾਂ ਨਾ ਤੂੰ ਬੋਲਿਆ ਕਰ। ਭਾਜੀ ਉਹ ਕੀ ਗੱਲ ਦਾ ਜਵਾਬ ਹੈ ਦੱਸੋ? ਉਹ ਗੱਲ ਦਾ ਕੋਈ ਜਵਾਬ ਥੋੜੀ ਹੋਇਆ। ਹੂੰ ਕਦੀ ਭਾਜੀ ਮੇਰੇ ਨਾਲ ਕੋਈ ਬੈਠ ਕੇ ਕੋਈ ਦੁੱਖ ਸੁੱਖ ਫੋਲਿਆ ਹੋਵੇ, ਕਿਸੇ ਗੱਲ ਨੂੰ ਲੈ ਕੇ ਮੇਰੇ ਨਾਲ ਗੱਲ ਕੀਤੀ ਹੋਵੇ ਨਾ। ਇਹ ਤਬਦੀਲੀਆਂ ਵਿਆਹ ਤੋਂ ਬਾਅਦ ਹੀ ਆਈਆਂ ਨੇ ਜਾਂ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ ਕਿ ਸਮੋਕਿੰਗ ਕਰਦੇ ਆ, ਕੋਈ ਨਸ਼ਾ ਪੱਤਾ ਕਰਦੇ ਆ ਜਿੱਦਾਂ ਤੁਸੀਂ ਇਲਜ਼ਾਮ ਲਾਏ? ਇਹ ਭਾਜੀ ਸਮੋਕਿੰਗ ਦਾ ਹੀ ਪਤਾ ਸੀ ਮੈਨੂੰ, ਬਾਕੀ ਤਾਂ ਨਹੀਂ ਪਤਾ ਸੀ। ਪਤੀ ਪਤਨੀ ਦਾ ਰਿਸ਼ਤਾ ਜੋਤੀ ਜੀ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਔਰ ਦੁਨੀਆ ਦੇ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਕਿ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਜਿੱਦਾਂ ਤੁਸੀਂ ਕਿਹਾ ਹੈ, ਕਿਉਂਕਿ ਪਰਿਵਾਰ ਹੁੰਦੇ ਆ, ਪਰਿਵਾਰ ਆਪਸ ਦੇ ਵਿੱਚ ਬੈਠ ਜਾਂਦੇ ਆ, ਪਰਿਵਾਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਘਰ ਨਾ ਟੁੱਟੇ, ਕਿਉਂਕਿ ਜਦੋਂ ਪਤੀ ਪਤਨੀ ਸੈਪਰੇਟ ਹੁੰਦੇ ਆ ਤਾਂ ਘਰ ਟੁੱਟ ਜਾਂਦਾ ਹੈ। ਇਹ ਸਮਝਿਆ ਜਾਂਦਾ ਕਿ ਘਰ ਟੁੱਟ ਜਾਂਦਾ। ਹਾਂਜੀ, ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਹੀ ਦੱਸ ਕੇ ਹਟੀ ਆ ਕਿ ਮੈਂ ਬਹੁਤ ਵਾਰ ਸਮਝਾਇਆ। ਨਹੀਂ, ਉਹਨਾਂ ਦੀ ਫੈਮਿਲੀ ਵੱਲੋਂ ਕੋਈ ਰਿਐਕਸ਼ਨ ਜਾਂ ਤੁਹਾਡੀ ਫੈਮਿਲੀ ਵੀ ਇਕੱਠੀਆਂ ਫੈਮਲੀਆਂ ਬੈਠ ਜਾਣ, ਫੈਮਲੀਆਂ ਬੈਠ ਕੇ ਕੀ ਸਮਝਾ ਦਿੱਤਾ ਜਾਵੇ ਇਸ ਤਰ੍ਹਾਂ? ਭਾਜੀ ਇਹਨਾਂ ਨੇ ਕਦੀ ਆਪਣੇ ਮੰਮੀ ਪਾਪਾ ਨੂੰ ਕਦੀ ਕਿਤੇ ਵੀ ਸਾਡੇ ਫੰਕਸ਼ਨ ਤੇ, ਕਿਤੇ ਦਿਨ ਵਿਹਾਰ ਤੇ, ਕਿਸੇ ਚੀਜ਼ ਤੇ ਆਪਣੇ ਸਾਡੇ ਘਰ ਹੀ ਨਹੀਂ ਲੈ ਕੇ ਆਏ ਉਹਨਾਂ ਨੂੰ। ਸਿਰਫ ਤੇ ਸਿਰਫ ਮੇਰੇ ਫਾਦਰ ਇਨ ਲੋ ਮੇਲੇ, ਸਾਡੇ ਭੰਡਾਰਾ ਹੁੰਦਾ ਘਰ, ਉਹ ਉਦੋਂ ਆਉਂਦੇ ਹੁੰਦੇ ਸੀ। ਉਹਨਾਂ ਨੇ ਸ਼ਾਮ ਨੂੰ ਮੇਰੇ ਕੋਲੇ ਆ ਜਾਣਾ ਤਾਂ ਮੈਨੂੰ ਕਹਿਣਾ ਜੋਤੀ ਪੁੱਤ ਮੈਂ ਆ ਗਿਆ। ਉਹਨਾਂ ਨੇ ਆ ਜਾਣਾ ਵਾ, ਹੋਰ ਘਰ ਦੇ ਵਿੱਚ ਕੋਈ ਨਹੀਂ ਆਉਂਦਾ ਹੁੰਦਾ ਸੀ। ਇਹਨਾਂ ਦੀ ਮਦਰ ਨੂੰ ਮੈਂ ਕਹਿਣਾ ਮੰਮਾ ਜੀ ਤੁਸੀਂ ਆ ਜਿਓ ਮੇਲੇ ਤੇ, ਭੰਡਾਰੇ ਤੇ ਵੀ, ਚਲੋ ਬੰਦਾ ਮਨ ਆਸੇ ਪਾਸੇ ਹੋ ਜਾਂਦਾ ਵੀ ਚਲੋ ਤੁਸੀਂ ਆ ਜਿਓ। ਕਹਿਣਾ ਉਹਨਾਂ ਨੇ ਵੀ ਕਹਿਣਾ ਚਲੋ ਕੋਈ ਨਾ ਪੁੱਤ ਮੈਂ ਆ ਜਾਊਂਗੀ। ਚਲੋ ਉਹਨਾਂ ਦੀ ਕੋਈ ਆਪਣੀ ਪ੍ਰੋਬਲਮ ਹੋਊਗੀ ਜਾਂ ਕਿੱਦਾਂ ਹਨਾ, ਪਰ ਭਾਜੀ ਇਹ ਇਹਨਾਂ ਦਾ ਫਰਜ਼ ਬਣਦਾ ਕਿ ਮੇਰੇ ਘਰ ਮੈਂ ਉਹਨਾਂ ਦੇ ਘਰ ਲੈ ਕੇ ਜਾਵਾਂ ਜਾਂ ਕਿੱਦਾਂ ਵੀ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਹੁੰਦੀ ਸੀ ਨਾ, ਇਹਨਾਂ ਦਾ ਸਾਰੀ ਫੈਮਿਲੀ ਦਾ ਰਿਐਕਸ਼ਨ ਹੀ ਪਤਾ ਨਹੀਂ ਕਿੱਦਾਂ ਦਾ ਹੋ ਜਾਂਦਾ ਸੀਗਾ ਜਦੋਂ ਮੇਰੀ ਫੈਮਿਲੀ ਘਰ ਜਾਂਦੀ ਸੀ। ਲੋਕ ਸਵਾਲ ਕਰਦੇ ਆ ਭਾਜੀ, ਜਦੋਂ ਸਾਡੇ ਇਦਾਂ ਵਿਆਹ ਹੋ ਜਾਂਦਾ ਨਾ, ਸਾਡੇ ਥੋੜਾ ਬਰਾਦਰੀ ਸਰਕਲ ਥੋੜਾ ਜਿਹਾ ਭਾਜੀ ਮੀਰਾਲਮਾ ਦੇ ਇਹ ਚੀਜ਼ਾਂ ਥੋੜੀਆਂ ਜਿਹੀਆਂ ਇਹ ਚੀਜ਼ਾਂ ਬੰਦ ਹੋ ਜਾਂਦੀਆਂ, ਜਿੱਦਾਂ ਕਹਿੰਦੇ ਨਾ ਹੁੱਕਾ ਪਾਣੀ ਬੰਦ ਹੁੰਦਾ ਜਿੱਦਾਂ। ਹਾਂਜੀ, ਉਹ ਚੀਜ਼ਾਂ ਪਰ ਚਲੋ ਉਹ ਤਾਂ ਮੈਂ ਤਾਂ ਉਹਨਾਂ ਦਾ ਬੱਚਾ ਆ, ਆਪਣੇ ਮੰਮੀ ਪਾਪਾ ਦਾ। ਉਹਨਾਂ ਨੇ ਚਲੋ ਫਿਰ ਵੀ ਮੈਨੂੰ ਪਿਆਰ ਨਾਲ ਅਪਣਾਇਆ, ਇਹਨਾਂ ਨੂੰ ਵੀ ਅਪਣਾਇਆ। ਪਰ ਇਹ ਆ ਕਿ ਭਾਜੀ ਮੇਰੇ ਮੰਮੀ ਪਾਪਾ ਇਹਨਾਂ ਦੇ ਘਰ ਨਹੀਂ ਆਏ। ਚਲੋ ਉਹਨਾਂ ਨੂੰ ਕੋਈ ਗੁੱਸਾ ਗਿਲਾ ਹੋਊ ਜਾਂ ਕੁਝ ਵੀ, ਉਹ ਕਿੱਦਾਂ ਆਉਗੇ ਭਾਜੀ? ਉਹਨਾਂ ਨੂੰ ਮੇਰੇ ਤੋਂ ਪਹਿਲਾਂ ਹੀ ਇਹਨਾਂ ਦੀਆਂ ਹਰਕਤਾਂ ਦਾ ਪਤਾ ਸੀ। ਪਰ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਸੱਚਾ ਪਿਆਰ ਕਿਸੇ ਨੂੰ ਕਰਦਾ ਨਾ ਭਾਜੀ, ਕੁਝ ਨਹੀਂ ਪਤਾ ਲੱਗਦਾ। ਅੱਛਾ, ਮੁਲਾਕਾਤ ਕਿੱਥੇ ਹੋਈ ਸੀ? ਇਹ ਜ਼ਰੂਰ ਮੈਂ ਜਾਣਨਾ ਚਾਹੁੰਦਾ। ਜਦੋਂ ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ, ਕਿਵੇਂ ਤੁਸੀਂ ਮਿਲੇ ਸੀ ਇਹਨਾਂ ਨੂੰ? ਫਿਰ ਕਿਸੇ ਦੇ ਥਰੂ ਮਿਲੇ ਸੀ? ਮੁਲਾਕਾਤ ਮੈਂ ਤੁਹਾਨੂੰ ਦੱਸਾਂ, ਮੁਲਾਕਾਤ ਨਹੀਂ ਮੈਂ ਕਹਿ ਸਕਦੀ। ਇਹਨਾਂ ਨੇ ਮੈਨੂੰ ਕਾਫੀ ਸ਼ੋਜ਼ ਤੇ ਵਗੈਰਾ ਮੇਰੇ ਆਉਂਦੇ ਰਹੇ ਤਾਂ ਮੈਨੂੰ ਦੇਖਦੇ ਰਹੇ। ਕਾਫੀ ਮਤਲਬ ਕਾਫੀ ਸ਼ੋਜ਼ ਦੇਖੇ ਇਹਨਾਂ ਨੇ ਮੇਰੀ, ਜਿੱਦਾਂ ਸਾਡੇ ਭੰਡਾਰੇ ਮੇਲੇ ਹੁੰਦੇ ਸੀ ਜੀ। ਹਾਂਜੀ, ਤਾਂ ਬਸ ਇਹ ਚੀਜ਼ਾਂ ਮੁੜ ਕੇ ਮੈਨੂੰ ਸਾਡੇ ਪਾਪਾ ਹੁਣੀ ਪੁੱਛਣ ਲੱਗ ਪਏ, ਪੁੱਤ ਵੀ ਉਹ ਲੜਕਾ ਆਂਦਾ ਕੀ ਗੱਲ? ਮੈਂ ਸੀ ਫਿਰ ਕਿਹਾ ਨਹੀਂ ਪਾਪਾ ਕੋਈ ਇਦਾਂ ਦੀ। ਭਾਜੀ ਮੈਂ ਤਾਂ ਇਹਨਾਂ ਨੂੰ ਜਾਣਦੀ ਵੀ ਨਹੀਂ ਸੀਗੀ ਮੈਂ ਪਹਿਲਾਂ, ਵੀ ਤੁਸੀਂ ਕਹੋਗੇ ਮੈਂ ਪਤਾ ਨਹੀਂ ਜਾਣਦੀ ਸੀ। ਤਾਂ ਇਦਾਂ ਹੀ ਭਾਜੀ, ਬਸ ਹੁਣ ਇਹ ਨਹੀਂ ਪਤਾ ਸਾਨੂੰ ਕਿੱਥੇ ਮੁਲਾਕਾਤ ਹੋਈ, ਕੀ ਗੱਲ ਹੋਈ। ਤਾਂ ਇਹਨਾਂ ਨੇ ਸਾਡੇ ਮੁੰਡੇ ਮਿਊਜ਼ੀਸ਼ੀਅਨ ਨੂੰ ਕਿਹਾ ਵੀ ਮੇਰੀ ਉਹਨਾਂ ਨਾਲ ਗੱਲ ਕਰਾ ਦਿਓ, ਤਾਂ ਮੈਂ ਉਹਨਾਂ ਨੂੰ ਪਿਆਰ ਕਰਦਾ, ਮੈਂ ਇਹ ਕਰਦਾ, ਮੈਂ ਇਦਾਂ ਕਰਦਾ। ਤਾਂ ਮੇਰੀ ਸਿਸਟਰ ਨੂੰ ਫੋਨ ਆਇਆ ਕਿਸੇ ਨੰਬਰ ਤੋਂ, ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਆ ਗੱਲ ਕਰਿਓ। ਮੈਂ ਕਿਹਾ ਲਿਓ, ਮੈਂ ਕਰ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਕੋਈ ਨੋਨ ਚੋਂ ਨੰਬਰ ਆ। ਤੇ ਮੈਂ ਜਦੋਂ ਭਾਜੀ ਗੱਲ ਕਰਨ ਲੱਗੀ ਤੇ ਮੈਨੂੰ ਕਹਿੰਦੇ ਹਾਂਜੀ ਹੈਲੋ। ਮੈਂ ਕਿਹਾ ਹੈਲੋ। ਕਹਿੰਦੇ ਸਲਾਮ ਜੀ। ਮੈਂ ਕਿਹਾ ਵਾਲੇਕਮ ਸਲਾਮ। ਤਾਂ ਕਹਿੰਦੇ ਮੈਂ ਕੁਨਾਲ ਬੋਲ ਰਿਹਾ ਜੀ। ਮੈਂ ਕਿਹਾ ਕੌਣ ਕੁਨਾਲ ਜੀ? ਮੈਂ ਇੱਦਾਂ ਕਿਹਾ। ਤਾਂ ਫਿਰ ਕਹਿੰਦੇ ਮੈਂ ਫਿਲੌਰ ਤੋਂ ਬੋਲ ਰਿਹਾ। ਮੈਂ ਕਿਹਾ ਠੀਕ ਆ। ਮੈਂ ਭਾਜੀ ਕੱਟ ਦਿੱਤਾ ਫੋਨ। ਤਾਂ ਮੇਰੀ ਫਿਰ ਚਲੋ ਉਸ ਤੋਂ ਬਾਅਦ ਭਾਜੀ ਇਹ ਗੱਲਾਂ ਹੁੰਦੀਆਂ ਰਹੀਆਂ। ਫਿਰ ਆ ਚੀਜ਼ ਤੁਹਾਡੇ ਸਾਹਮਣੇ ਜਿਹੜੀ। ਠੀਕ ਹੈ ਜੋਤੀ ਜੀ, ਮੈਂ ਇੱਕ ਦੋ ਸਵਾਲ ਛੋਟੇ ਹੋਰ ਨੇ ਮੇਰੇ। ਲੋਕ ਸਵਾਲ ਇਹ ਪੁੱਛ ਰਿਹਾ ਕਿ 7 ਸਾਲਾਂ ਬਾਅਦ ਇਹ ਡਿਸੀਜਨ ਬਹੁਤ ਵੱਡਾ ਹੁੰਦਾ ਸੈਪਰੇਟ ਹੋਣ ਦਾ, ਕਿਉਂਕਿ ਜਦੋਂ ਬੰਦਾ ਪੂਰੇ ਪਰਿਵਾਰ ਨੂੰ ਛੱਡ ਕੇ ਇੱਕ ਸ਼ਖਸ ਨੂੰ ਅਪਣਾ ਲਵੇ
ਔਰ ਲਵ ਮੈਰਿਜ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਜਦੋਂ ਡਿਸੀਜਨ ਆਉਂਦੇ ਤਾਂ ਬਹੁਤ ਦਿਲ ਟੁੱਟਦਾ ਹੈ ਬੰਦੇ ਦਾ। ਔਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਲੋਕ ਕਹਿੰਦੇ ਕਿ 7 ਸਾਲ ਬਾਅਦ ਤੁਸੀਂ ਇਹ ਡਿਸੀਜਨ ਲੈ ਰਹੇ ਹੋ, ਤੁਸੀਂ ਪਹਿਲਾਂ ਹੀ ਸਾਲ ਬਾਅਦ ਹੀ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੋਣ ਲੱਗੀਆਂ ਪਹਿਲਾਂ ਕਿਉਂ ਨਹੀਂ ਡਿਸੀਜਨ ਲਿਆ? ਕਹਿੰਦੇ ਹੁਣ ਕਿਉਂ ਇਹ ਡਿਸੀਜਨ ਲੈ ਰਹੇ ਹੋ? ਬਾਰ-ਬਾਰ ਇੱਕੋ ਹੀ ਗੱਲ ਕਹਿ ਚੁੱਕੀ ਹਾਂ ਜੀ ਜੀ ਕਿ ਸਿਰਫ ਤੇ ਸਿਰਫ ਸਰੋਤਿਆਂ ਕਰਕੇ, ਤੁਹਾਡਾ ਕਰਕੇ ਚੀਜ਼ਾਂ ਬਰਦਾਸ਼ਤ ਕੀਤੀਆਂ, ਕਿਉਂਕਿ ਮੇਰੇ ਸਰਕਾਰਾਂ ਦਾ ਮੇਰੇ ਸਿਰ ਤੇ ਹੱਥ ਆ ਭਾਜੀ, ਮੈਂ ਬਰਦਾਸ਼ਤ ਕਰ ਚੁੱਕੀ। ਪਰ ਜਦੋਂ ਕਹਿੰਦੇ ਨਾ, ਜਦੋਂ ਉਹਦੀ ਲਾਠੀ ਵੱਜਦੀ ਨਾ, ਫਿਰ ਪਤਾ ਨਹੀਂ ਲੱਗਦਾ ਕਦੋਂ ਉਹਦੀ ਲਾਠੀ ਖੜੀ ਹੋ ਜਾਂਦੀ ਹੈ। ਔਰ ਉਹਨਾਂ ਨੇ ਇਹ ਦਿਨ ਲਿਆਉਣਾ ਸੀਗਾ। ਇਹ ਬਰਦਾਸ਼ਤ ਦੇ ਵਿੱਚ ਵੀ ਕੋਈ ਭਾਜੀ, ਕੋਈ ਸਬਰ ਦੇ ਵਿੱਚ ਵੀ ਕੋਈ, ਉਹਨਾਂ ਨੇ ਮੇਰੇ ਲਈ ਕੋਈ ਵੱਡਾ ਕੋਈ ਇੱਕ ਤੌਫੀਕ ਰੱਖੀ ਹੋਣੀ ਆ, ਹੋਰ ਤਾਂ ਕੁਝ ਨਹੀਂ ਭਾਜੀ। ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਸਰੋਤਿਆਂ ਨੂੰ? ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਚਾਹਣ ਵਾਲੇ ਲੋਕ ਨੇ? ਮੈਂ ਭਾਜੀ ਕੁਛ ਨਹੀਂ, ਮੈਂ ਬਸ ਇਹੀ ਕਹਿਣਾ ਕਿ ਮੈਂ ਇਸ ਚੀਜ਼ ਨੂੰ ਜਲਦੀ, ਇੱਕ ਹਵਾ ਆ ਭਾਜੀ ਮੇਰੇ ਲਈ, ਤਾਂ ਮੈਂ ਇਹਨੂੰ ਚੀਜ਼ ਨੂੰ ਬਸ ਫਟਾਫਟ ਇਸ ਚੀਜ਼ ਤੋਂ ਉਹ ਹੋਵਾਂ ਫਰੀ, ਤੇ ਬਾਕੀ ਕੰਮ ਕਰਦੇ ਪਏ ਆਪਾਂ ਔਰ ਕੰਮ ਕਰੀ ਵੀ ਜਾਣਾ। ਤੇ ਤੁਹਾਡੇ ਸਾਰੇ ਸਰੋਤਿਆਂ ਦੀਆਂ ਦੁਆਵਾਂ ਚਾਹੀਦੀਆਂ ਔਰ ਆਸ਼ੀਰਵਾਦ ਮੇਰੇ ਸਿਰ ਤੇ ਸਾਰੇ ਰੱਖੋ ਬਸ। ਠੀਕ ਹੈ। ਔਰ ਇੱਕ ਚੀਜ਼ ਹੋਰ ਮੈਂ ਜਾਣਨੀ ਚਾਹੁੰਦਾ, ਕੇਸ ਫਾਈਲ ਕਰ ਦਿੱਤਾ ਹੈ ਤੁਸੀਂ, ਔਰ ਉਹਨਾਂ ਦੇ ਵੱਲੋਂ ਹੁਣ ਵੀ ਕੋਈ ਉਹਨਾਂ ਦੇ ਵੱਲੋਂ, ਕਿਉਂਕਿ ਇਹ ਹਾਲਾਂਕਿ ਮੈਂ 1-2 ਵਾਰ ਤੁਹਾਡੇ ਤੋਂ ਪਹਿਲਾਂ ਵੀ ਇਹ ਚੀਜ਼ ਦੇ ਬਾਰੇ ਪੁੱਛਿਆ ਕਿ ਉਹਨਾਂ ਦੇ ਵੱਲੋਂ ਅਜੇ ਵੀ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਹੁਤ ਕੋਸ਼ਿਸ਼ਾਂ ਆਪਦੇ ਵੱਲੋਂ ਕੀਤੀਆਂ ਕਿ ਘਰ ਜੁੜਿਆ ਰਹੇ, ਘਰ ਨਾ ਟੁੱਟੇ ਤੁਹਾਡਾ, ਤਾਂ ਇਸ ਟਾਈਮ ਤੇ ਜਦੋਂ ਉਹਨਾਂ ਨੂੰ ਸੁਨੇਹਾ ਲਾਇਆ ਤੁਸੀਂ ਕਿ ਤੁਸੀਂ ਤਲਾਕ ਲੈਣਾ, ਤਾਂ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਭਾਜੀ ਕੁਛ ਨਹੀਂ, ਬਸ ਆਹੀ ਚੀਜ਼ਾਂ ਬੋਲਣ ਲੱਗ ਪਏ ਵੀ ਇਦਾਂ ਨਾ ਕਰ, ਤੇਰਾ ਮੇਰਾ ਕੁਛ ਨਹੀਂ ਜਾਣਾ, ਕਿਸੇ ਦਾ ਕੁਛ ਨਹੀਂ ਜਾਣਾ, ਤੇਰਾ ਮੇਰਾ ਘਾਟਾ ਹੋ ਜਾਣਾ, ਬਸ ਇਦਾਂ ਆਹੀ ਚੀਜ਼ਾਂ ਦਾ ਆਇਆ। ਕੋਈ ਇਹ ਨਹੀਂ ਚੀਜ਼ ਮੈਨੂੰ ਬੋਲੀ ਕਿ ਇਹ ਚੀਜ਼ ਕਿੱਦਾਂ ਕਿਉਂ ਕੀਤੀ ਜਾਂ ਕੁਛ ਵੀ ਹੈ। ਕੋਈ ਰਿਐਕਸ਼ਨ ਨਹੀਂ ਸੀ ਭਾਜੀ ਉਹਨਾਂ ਦਾ। ਕੋਈ ਇਹ ਨਹੀਂ ਕਿਹਾ ਉਹਨਾਂ ਨੇ ਕਿ ਮੈਨੂੰ ਸੁਧਰਨ ਦਾ ਇੱਕ ਮੌਕਾ ਦੇ ਦਿਓ, ਜਿਸ ਤਰ੍ਹਾਂ ਦੇ ਤੁਸੀਂ ਇਲਜ਼ਾਮ ਲਾਏ? ਇਹ ਚੀਜ਼ ਤਾਂ ਕਦੀ ਕਹੀ ਨਹੀਂ ਉਹਨਾਂ ਨੇ। ਇਹ ਤਾਂ ਮੇਰੇ ਸਾਹਮਣੇ ਵੀ ਹੋ ਜਾਂਦਾ ਮੈਂ ਤਾਂ ਵੀ ਕਹਿ ਦੂੰਗੀ, ਉਹਨਾਂ ਨੇ ਤਾਂ ਮੈਨੂੰ ਕਦੀ ਕਹੀ ਨਹੀਂ ਇਹ ਗੱਲ। ਗਲਤੀ ਵੀ ਮੰਨਣੀ ਕਦੇ ਕਿ ਨਹੀਂ? ਗਲਤੀ ਦਾ ਅਹਿਸਾਸ, ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ, ਪਰ ਬੰਦੇ ਨੂੰ ਇੱਕ ਰਿਅਲਾਈਜ਼ ਹੋ ਜਾਂਦਾ ਹੈ ਕਿ ਭਾਈ ਮੇਰੀ ਗਲਤੀ ਹੈ, ਗਲਤੀ ਮਾਫ ਹੋ ਜਾਂਦੀ ਹੈ, ਗਲਤੀ ਮੰਨੀ ਜਾਂਦੀ ਹੈ, ਤਾਂ ਫਿਰ ਬੰਦਾ ਥੋੜਾ ਅੱਗੇ ਵੱਧ ਲੈਂਦਾ। ਭਾਜੀ ਇਦਾਂ ਦੀ ਗਲਤੀ ਨੂੰ ਕੀ ਕਰਨਾ ਦੱਸੋ? ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਇਹਨਾਂ ਨੇ ਮੇਰੇ ਸਾਹਮਣੇ ਕੋਈ ਆਪਣੀ ਗਿਲਟੀ ਫੀਲ ਕੀਤੀ ਆ ਜਾਂ ਕੁਝ, ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਭਾਜੀ ਇਦਾਂ ਦਾ। ਜਿਹੜਾ ਭਾਜੀ ਇਮੋਸ਼ਨਲੀ ਦਰਦ ਹੁੰਦਾ ਨਾ, ਜ਼ਰੂਰੀ ਨਹੀਂ ਕਿ ਹਸਬੈਂਡ ਵਾਈਫ ਦਾ, ਮਾਂ ਧੀ ਦਾ, ਪਿਓ ਧੀ ਦਾ ਹੁੰਦਾ, ਭੈਣ ਭਰਾ ਦਾ ਹੁੰਦਾ, ਜਿਹੜਾ ਇਮੋਸ਼ਨਲੀ ਦਰਦ ਹੈ ਨਾ ਭਾਜੀ, ਇਹ ਬੜਾ ਜ਼ਰੂਰੀ ਹੈ। ਪਰਿਵਾਰ ਤੁਹਾਡਾ ਤੁਹਾਡੇ ਨਾਲ ਖੜਾ ਹੁਣ ਡਟ ਕੇ ਨਾਲ ਹੈ? ਤੁਹਾਡੇ ਫਾਦਰ ਸਾਹਿਬ, ਤੁਹਾਡੇ ਮਦਰ, ਤੁਹਾਡੇ ਸਿਸਟਰ? ਹਾਂਜੀ ਮੇਰੇ ਨਾਲ ਨੇ। ਪਰਿਵਾਰ ਦਾ ਕੀ ਕਹਿਣਾ? ਤੁਹਾਡੀ ਫੈਮਿਲੀ ਕੀ ਕਹਿ ਰਹੀ ਹੈ? ਤੁਹਾਡੇ ਮਾਤਾ ਪਿਤਾ ਕੀ ਕਹਿ ਰਹੇ ਨੇ? ਜਦੋਂ ਉਹਨਾਂ ਦੀ ਹੋਗੀ ਤੇ ਓਬਵੀਅਸਲੀ ਉਹ ਕਹਿਣਗੇ। ਠੀਕ ਹੈ ਜੋਤੀ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ, ਆਪਣੀ ਗੱਲ ਰੱਖਣ ਵਾਸਤੇ। ਸੋ ਅਸੀਂ ਇਹੋ ਹੀ ਦੁਆ ਕਰਦੇ ਹਾਂ ਕਿ ਤੁਸੀਂ ਠੀਕ ਹੋਵੋ, ਬਹੁਤ ਜਲਦੀ ਹਾਲਾਤ ਠੀਕ ਹੋ ਜਾਣ, ਸਾਰੀਆਂ ਚੀਜ਼ਾਂ ਜਲਦੀ ਠੀਕ ਹੋ ਜਾਣ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਵੀ ਨਾਲ ਜੁੜਨ ਲਈ। ਸੋ ਜੋਤੀ ਨੂਰਾ ਸਾਡੇ ਨਾਲ ਜੁੜੇ ਸਨ ਲਾਈਵ, ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਜਦੋਂ ਇਹਨਾਂ ਦਾ ਲਵ ਮੈਰਿਜ ਸੀ ਔਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਤਣਾਅ ਵੱਧਦਾ ਗਿਆ, ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੁੰਦੀ ਗਈ। ਇਹਨਾਂ ਨੇ ਇਲਜ਼ਾਮ ਲਾਇਆ ਸਾਫ਼ ਤੌਰ ਤੇ ਕਿ ਜੋ ਇਹਨਾਂ ਦੇ ਪਤੀ ਨੇ ਉਹਨਾਂ ਤੋਂ ਤਲਾਕ ਮੰਗਿਆ। ਇਹਨਾਂ ਨੇ ਵੱਡੇ ਇਲਜ਼ਾਮ ਵੀ ਉਹਨਾਂ ਦੇ ਉੱਪਰ ਲਾਇਆ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਹੁਣ ਤੱਕ ਚੁੱਪੀ ਇਸੇ ਕਰਕੇ ਰੱਖੀ ਕਿ ਬਦਨਾਮੀ ਹੋਏਗੀ ਸਰੋਤਿਆਂ ਦੇ ਕਰਕੇ, ਕਿ ਜਿਹੜਾ ਕੰਮਕਾਜ ਹੈ, ਗਾਉਣਾ ਜਿਹੜਾ ਇਹਨਾਂ ਦਾ ਕਿੱਤਾ ਵੀ ਹੈ, ਉਹਦੇ ਤੇ ਅਸਰ ਨਾ ਪਵੇ। ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਪਰਿਵਾਰ ਜਿਹੜਾ ਉਹਨਾਂ ਦੇ ਨਾਲ ਖੜਾ ਹੈ ਤੇ ਜੋਤੀ ਨੂਰਾ ਸਿਸਟਰਸ ਦਾ ਇੱਕ ਜਿਹੜਾ ਮਸ਼ਹੂਰ ਗਰੁੱਪ ਹੈ, ਦੋਵੇਂ ਭੈਣਾਂ ਗਾਉਂਦੀਆਂ ਨੇ ਔਰ ਜੋਤੀ ਨੂਰਾ ਨੇ ਆਪਣੇ ਪਤੀ ਤੋਂ ਹੁਣ ਤਲਾਕ ਮੰਗਿਆ।